ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਦਾ ਟੌਪਿਕ ਹੈ ਕਿ ਗੁਰਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਉਹਦੇ ਸਵੇਰ ਤੋਂ ਉੱਠਣ ਤੋਂ ਲੈ ਕੇ ਰਾਤ ਤੱਕ ਇੱਕ ਗੁਰਸਿੱਖ ਕਿਵੇਂ ਦਾ ਜੀਵਨ ਜਿਉਂਦਾ ਹੈ, ਅਤੇ ਉਸ ਬਾਰੇ ਅੱਜ ਵਿਚਾਰ ਕਰਾਂਗੇ। ਸਭ ਤੋਂ ਪਹਿਲੀ ਗੱਲ, ਜਦੋਂ ਉੱਠਣਾ ਆ ਨਾ, ਜਦੋਂ ਤੁਸੀਂ ਉੱਠ ਗਏ ਉਦੋਂ ਹੀ ਸਿਮਰਨ ਸ਼ੁਰੂ ਕਰ ਦੇਣਾ। ਉਦੋਂ ਹੀ ਇਹ ਨਹੀਂ ਸੋਚਣਾ ਕਿ ਚਲੋ ਪਹਿਲਾਂ ਇਸ਼ਨਾਨ ਕਰਦੇ ਹਾਂ ਫਿਰ ਬੈਠਦੇ ਹਾਂ। ਨਾ, ਇੱਦਾਂ ਨਹੀਂ ਕਰਨਾ। ਜਦੋਂ ਉੱਠ ਗਏ, ਅਜੇ ਭਾਵੇਂ ਅੱਖਾਂ ਖੁੱਲ੍ਹਣ ਨਾ ਖੁੱਲ੍ਹਣ, ਬਸ ਤੁਸੀਂ ਸਿਮਰਨ ਸ਼ੁਰੂ ਕਰ ਦੇਣਾ। ਉਹਦੇ ਨਾਲ ਕੀ ਹੋਊਗਾ, ਉਸੇ ਬੇਸਿਸ 'ਤੇ ਹੀ ਤੁਸੀਂ ਸਾਰਾ ਦਿਨ ਜਪੋਗੇ। ਜੋ ਤੁਸੀਂ ਉਸ ਵੇਲੇ ਜਪਦੇ ਹੋ ਨਾ, ਤੁਸੀਂ ਅਕਸਰ ਦੇਖਿਆ ਹੋਣਾ ਕਿ ਅਗਰ ਤੁਹਾਡੇ ਕੰਨਾਂ 'ਚ ਕੋਈ ਸਵੇਰੇ ਸਵੇਰੇ ਸ਼ਬਦ ਪੈ ਜਾਂਦਾ ਨਾ ਕੀਰਤਨ ਦਾ, ਉਹ ਸਾਰਾ ਦਿਨ ਹੀ ਚੱਲਦਾ ਰਹਿੰਦਾ ਅਤੇ ਯਾਦ ਆਉਂਦਾ ਰਹਿੰਦਾ ਬਾਰ-ਬਾਰ। ਭਾਵੇਂ ਕੁਛ ਵੀ ਕਰਦੇ ਰਹੀਏ, ਫਿਰ ਸੁਰਤ ਉੱਥੇ ਲੈ ਜਾਂਦੀ, ਸ਼ਬਦ ਉਹ ਤੁੱਕ ਸੋਹਣੀ ਲੱਗ ਰਹੀ ਹੁੰਦੀ। ਸਵੇਰ ਦਾ ਉਹ ਜਿਹੜਾ ਵਾਈਬਸ ਹੁੰਦੀਆਂ ਨਾ ਸਵੇਰ ਦੀਆਂ, ਬਹੁਤ ਸੋਹਣੀਆਂ ਹੁੰਦੀਆਂ। ਉੱਠਦੇ ਸਾਰ ਹੀ ਬਸ ਸ਼ੁਰੂ ਕਰ ਦੇਣਾ। ਤੇ ਅੰਦਰ ਅਰਦਾਸ ਵੀ ਕਰ ਦੇਣੀ ਇੱਕ ਛੋਟੀ ਜਿਹੀ ਕਿ ਗੁਰੂ ਸਾਹਿਬ, ਇੱਕ ਹੋਰ ਦਿਨ ਦੇ ਦਿੱਤਾ ਤੁਸੀਂ, ਉਸ ਲਈ ਧੰਨਵਾਦ। ਤੇ ਇੰਨੀ ਸੋਹਣੀ ਰਾਤ ਲੰਘਾਈ, ਉਸ ਲਈ ਵੀ ਧੰਨਵਾਦ। ਬਸ ਸ਼ੁਕਰਾਨੇ ਤੋਂ ਸ਼ੁਰੂ ਕਰ ਦੇਣਾ ਦਿਨ ਕਿ ਗੁਰੂ ਸਾਹਿਬ ਧੰਨਵਾਦ। ਅਤੇ ਫਿਰ ਇਹ ਵੀ ਸੋਚਣਾ ਆ ਅਤੇ ਇਹ ਕਹਿਣਾ ਵੀ ਹੈ ਗੁਰੂ ਸਾਹਿਬ ਨੂੰ ਕਿ ਗੁਰੂ ਸਾਹਿਬ, ਹੋ ਸਕਦਾ ਮੈਂ ਅੱਜ ਕੋਈ ਗਲਤੀ ਕਰਾਂ, ਹੋ ਸਕਦਾ ਮਾਇਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਮੈਨੂੰ ਘੇਰੇ। ਮੈਂ ਆਪਣੀ ਪੂਰੀ ਕੋਸ਼ਿਸ਼ ਕਰੂੰ ਕਿ ਮੈਂ ਉਹਦੇ 'ਚ ਨਾ ਫਸਾਂ, ਪਰ ਤੁਸੀਂ ਮੇਰਾ ਧਿਆਨ ਰੱਖਿਓ। ਮੈਂ ਜਪੂੰਗਾ, ਇਹ ਮੇਰਾ ਪ੍ਰੋਮਿਸ ਆ ਕਿ ਮੈਂ ਜਪੂੰਗਾ, ਪੂਰੀ ਕੋਸ਼ਿਸ਼ ਕਰੂੰਗਾ, ਪਰ ਤੁਸੀਂ ਹੱਥ ਰੱਖਿਓ ਮੇਰੇ 'ਤੇ। ਇਹ ਬੋਲ ਕਹਿ ਕੇ ਹੀ ਦਿਨ ਦੀ ਸ਼ੁਰੂਆਤ ਕਰ ਲੈਣੀ। ਜ਼ੁਬਾਨ ਤੋਂ ਸਿਮਰਨ ਨਹੀਂ ਰੋਕਣਾ ਅਤੇ ਹਿਰਦਾ ਅਰਦਾਸ 'ਚ ਲੈ ਜਾਣਾ ਕਿ ਪਾਤਸ਼ਾਹ ਜੀਓ, ਅੱਜ ਮੇਰੇ 'ਤੇ ਮਿਹਰ ਰੱਖਿਓ। ਦਿਨ ਬਹੁਤ ਲੰਬਾ ਆ, ਵਿਕਾਰਾਂ ਦੀ ਫਾਸ ਵੀ ਆਊਗੀ ਵਿੱਚ, ਹੋ ਸਕਦਾ ਕੋਈ ਚੁਗਲੀ ਕਰੇ ਮੇਰੀ, ਹੋ ਸਕਦਾ ਕੋਈ ਮੈਨੂੰ ਬੁਰਾ ਭਲਾ ਕਵੇ, ਪਰ ਮੈਂ ਤੇਰੇ ਨਾਮ ਤੋਂ ਨਾ ਟੁੱਟਾਂ। ਇਹ ਤੇਰੀ ਵਰਤ ਰਹੀ ਖੇਡ ਦੇ ਵਿੱਚ ਮਤਲਬ ਮੈਨੂੰ ਸੋਹਣਾ ਜਾਫੀ ਬਣਾਈ। ਇਹ ਜੋ ਤੇਰਾ ਜਿਹੜਾ ਤੇਰਾ ਅਖਾੜਾ ਚੱਲ ਰਿਹਾ ਆ, ਇਹਦੇ 'ਚ ਮੇਰੀ ਜਿੱਤ ਲਈ ਤੂੰ ਕਾਰਨ ਬਣੀ ਕਿ ਤੂੰ ਮੇਰੇ ਨਾਲ ਰਵੇਂ ਅਤੇ ਮੈਂ ਜਪਦਾ ਇਹ ਸਭ ਤੋਂ ਦੂਰ ਹੋ ਜਾਵਾਂ। ਇਹ ਸਭ ਪਹਿਲਾਂ ਹੀ ਸੋਚ ਲਈਦਾ ਸਵੇਰੇ ਹੀ। ਫਿਰ ਬਾਅਦ ਜਦੋਂ ਦਿਨ ਸ਼ੁਰੂ ਹੁੰਦਾ ਆ, ਦੁਪਹਿਰ ਹੁੰਦੀ ਆ, ਰਾਤ ਹੁੰਦੀ ਆ, ਉਹਦੇ 'ਚ ਫਿਰ ਜੇ ਕੋਈ ਮੁਸ਼ਕਿਲ ਵੀ ਆਈ ਆ ਜਾਂ ਫਿਰ ਕੁਛ ਵੀ ਹੋਇਆ, ਉਹ ਜੋ ਤੁਸੀਂ ਸਵੇਰ ਦੀ ਅਰਦਾਸ ਕੀਤੀ ਹੁੰਦੀ ਆ ਨਾ, ਉਹ ਬੋਲ ਯਾਦ ਰਹਿੰਦੇ ਆ। ਹੁਣ ਮੰਨ ਲਓ ਤੁਸੀਂ ਸੋਚਿਆ ਕਿ ਗੁਰੂ ਸਾਹਿਬ, ਅੱਜ ਹੋ ਸਕਦਾ ਮੇਰੀ ਕੋਈ ਬੁਰਾਈ ਕਰੇ, ਹੈ ਨਾ, ਅਤੇ ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਬਸ ਸੁਣ ਕੇ ਮੈਂ ਕੱਢ ਦੇਵਾਂ।
ਦਿਮਾਗ 'ਚੋਂ। ਤੇ ਕਿਉਂਕਿ ਦਿਮਾਗ 'ਚ ਤਾਂ ਤੁਸੀਂ ਰਹਿਣੇ ਚਾਹੀਦੇ ਹੋ ਮੇਰੇ, ਬਾਕੀ ਕੁਛ ਵੀ ਨਹੀਂ ਰਹਿਣਾ ਚਾਹੀਦਾ। ਤੇ ਮੈਂ ਆਪਣੀ ਪੂਰੀ ਕੋਸ਼ਿਸ਼ ਕਰੂੰ। ਤੇ ਮੰਨ ਲਓ ਦੁਪਹਿਰ ਨੂੰ, ਸ਼ਾਮ ਨੂੰ ਸੱਚਮੁੱਚ ਤੁਹਾਡੀ ਕੋਈ ਬੁਰਾਈ ਕਰਦਾ ਹੈ, ਹੈ ਨਾ, ਤੇ ਉਸ ਵੇਲੇ ਫਿਰ ਤੁਹਾਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਣਾ, ਕਿਉਂਕਿ ਤੁਸੀਂ ਆਲਰੇਡੀ ਆਪਣੇ ਮਨ ਦੀ ਗੱਲ ਗੁਰੂ ਸਾਹਿਬ ਨਾਲ ਸ਼ੇਅਰ ਕਰ ਚੁੱਕੇ ਹੋ। ਤੇ ਕੋਈ ਜ਼ਿਆਦਾ ਫਰਕ ਨਹੀਂ ਪੈਣਾ। ਰੂਹ ਫਿਰ ਤੋਂ ਸਿਮਰਨ 'ਚ ਜੁਟ ਜਾਣੀ, ਇਗਨੋਰ ਕਰਕੇ ਕਿ ਚਲੋ ਕੋਈ ਗੱਲ ਨਹੀਂ। ਸੋ ਇਹ ਛੋਟੀਆਂ ਛੋਟੀਆਂ ਗੱਲਾਂ ਅਸੀਂ ਗੁਰੂ ਸਾਹਿਬ ਨਾਲ ਸ਼ੇਅਰ ਕਰਨੀਆਂ ਸ਼ੁਰੂ ਕਰੀਏ ਸਵੇਰੇ ਸਵੇਰੇ, ਫਿਰ ਤੁਹਾਡਾ ਦਿਨ ਬਹੁਤ ਹੀ ਸੋਹਣਾ ਲੰਘਣਾ। ਤੇ ਕੁਝ ਆਦਤਾਂ ਵੀ ਸੁਧਾਰਨੀਆਂ, ਜਿਹਦੇ 'ਚ ਅੱਖਾਂ ਤੋਂ ਕੁਛ ਐਸਾ ਨਹੀਂ ਦੇਖਣਾ ਜਿਹਦੇ 'ਚ ਗੁਰੂ ਦੀ ਗੱਲ ਨਹੀਂ ਆ, ਕੰਨਾਂ ਤੋਂ ਕੁਛ ਐਸਾ ਨਹੀਂ ਸੁਣਨਾ ਜਿਹਦੇ 'ਚ ਗੁਰੂ ਦੀ ਉਸਤਤ ਨਹੀਂ ਆ, ਪਰ ਕਿਸੇ ਦੀ ਉਸਤਤ ਆ। ਉਹਦੇ 'ਚ ਕਿਸੇ ਦੇ ਧਨ ਦੀ ਉਸਤਤ ਆ, ਜਾਇਦਾਦ ਦੀ ਉਸਤਤ ਆ, ਰੂਪ ਦੀ ਉਸਤਤ ਆ, ਉਹ ਸਭ ਕਦੇ ਵੀ ਨਹੀਂ ਸੁਣਨਾ। ਆਪਾਂ ਫਿਰ ਕਹਿੰਦੇ ਆ ਨਾ ਕਿ ਬਾਣੀ ਪੜ੍ਹਨ ਨੂੰ ਦਿਲ ਨਹੀਂ ਕਰਦਾ, ਉਹ ਰੀਜ਼ਨ ਹੀ ਇਹ ਆ ਕਿ ਆਪਾਂ ਆਪਣੇ ਅੰਦਰ ਇੰਨਾ ਕੁਛ ਮਤਲਬ ਇਕੱਠਾ ਕਰ ਰਹੇ ਹਾਂ, ਕਰ ਚੁੱਕੇ ਹੁੰਦੇ ਆ ਕਿ ਉਹ ਸਮੇਟਿਆ ਨਹੀਂ ਜਾ ਰਿਹਾ ਹੁੰਦਾ। ਹੁਣ ਦੇਖੋ, ਜਿਵੇਂ ਆਪਣਾ ਘਰ ਹੀ ਆ, ਹੈ ਨਾ, ਅਤੇ ਕੋਈ ਕਮਰਾ ਆ, ਉਹਦੇ 'ਚ ਆਪਾਂ ਬਾਹਰੋਂ ਕੁਛ ਵੀ ਮੰਗਾ ਰਹੇ ਹਾਂ ਅਤੇ ਉਹ ਉੱਥੇ ਹੀ ਰੱਖੀ ਜਾ ਰਹੇ ਹਾਂ, ਹੈ ਨਾ, ਚਾਹੇ ਉਹ ਫੂਡ ਆ, ਕੁਛ ਵੀ ਆ। ਅਤੇ 4 ਦਿਨ ਬਾਅਦ, 5 ਦਿਨ ਬਾਅਦ ਉਹ ਜਗ੍ਹਾ ਰਹਿਣ ਲਾਇਕ ਨਹੀਂ ਰਹਿਣੀ, ਹੈ ਨਾ, ਕਿਉਂਕਿ ਨਾਲ ਅਸੀਂ ਸਫਾਈ ਨਹੀਂ ਕੀਤੀ। ਆਪਾਂ ਆਪਣੀ ਰੂਹ ਨੂੰ ਅਨਵਾਂਟਿਡ ਥਿੰਗਸ ਇੰਨੀਆਂ ਦੇ ਦਿੱਤੀਆਂ, ਇੰਨਾ ਖਿਲਾਰਾ ਪਿਆ ਹੈ ਅੰਦਰ ਕਿ ਉਹਦਾ ਕਿੱਦਾਂ ਧਿਆਨ ਰਹੂਗਾ ਬਾਣੀ 'ਚ। ਬਸ ਇਹ 3 ਚੀਜ਼ਾਂ ਸੁਧਾਰ ਲੈਣੀਆਂ। ਅੱਖਾਂ ਦੀ ਸੰਗਤ, ਮਤਲਬ ਤੁਸੀਂ ਕੁਛ ਦੇਖਣਾ ਹੀ ਨਹੀਂ ਆ ਆਪਣਾ ਟਾਈਮ ਪਾਸ ਕਰਨ ਲਈ, ਬਸ ਗੁਰੂ ਦੀ ਗੱਲ ਸੁਣਨੀ ਆ, ਗੁਰੂ ਦੀ ਗੱਲ ਦੇਖਣੀ ਆ, ਅਤੇ ਗੁਰੂ ਦੀ ਉਸਤਤ ਹੀ ਸ਼ੁਰੂ ਕਰ ਦੇਣੀ ਆ। ਹੁਣ ਜਿੱਦਾਂ ਤੁਸੀਂ ਉੱਠੇ ਸਵੇਰ ਨੂੰ, ਹੈ ਨਾ, ਸਵੇਰੇ ਉੱਠਦਿਆਂ ਹੀ ਗੁਰੂ ਦੀ ਉਸਤਤ ਹੋ ਗਈ, ਗੁਰੂ ਨਾਲ ਗੱਲ ਹੋ ਗਈ ਕਿ ਗੁਰੂ ਸਾਹਿਬ ਮੇਰਾ ਧਿਆਨ ਰੱਖਿਓ ਅੱਜ। ਬਸ 4 ਲਫ਼ਜ਼ ਬੋਲਣੇ, ਗੁਰੂ ਦੇ ਨਾਲ ਗੱਲ ਕਰ ਲੈਣੀ ਹੈ। ਉਹਨਾਂ ਨੇ ਸਾਰਾ ਦਿਨ ਚੜ੍ਹਦੀ ਕਲਾ ਰੱਖਣੀ ਆ। ਉਹਨਾਂ ਬੋਲਾਂ ਨੇ ਤੁਹਾਨੂੰ ਕੁਛ ਗਲਤ ਨਹੀਂ ਕਰਨ ਦੇਣਾ, ਕੁਛ ਵੀ ਗਲਤ ਨਹੀਂ ਕਰਨ ਦੇਣਾ। ਉਹ ਅਹਿਸਾਸ ਯਾਦ ਆ ਜਾਣਾ ਕਿ ਅਗਰ ਮੈਂ ਕੁਛ ਗਲਤ ਕਰੂੰਗਾ ਅਤੇ ਕੱਲ੍ਹ ਨੂੰ ਕਿੱਦਾਂ ਗੁਰੂ ਸਾਹਿਬ ਨਾਲ ਗੱਲ ਕਰ ਸਕੂੰਗਾ। ਫਿਰ ਇਹ ਜਿਹੜੇ 4 ਲਫ਼ਜ਼ ਰੋਜ਼ ਬੋਲਣੇ ਆ ਗੁਰੂ ਨੂੰ, ਅਤੇ ਉਹ ਜਿਹੜਾ ਅਹਿਸਾਸ ਆ ਉਹ ਮਤਲਬ ਇੰਨਾ ਸੋਹਣਾ ਹੁੰਦਾ ਹੈ ਕਿ ਉਹਦੀਆਂ ਵਾਈਬਸ ਸਾਰਾ ਦਿਨ ਰਹਿਣੀਆਂ। ਇਹ ਕਰਕੇ ਸਿਮਰਨ ਸ਼ੁਰੂ ਕਰ ਦੇਣਾ। ਬਸ ਇਸ਼ਨਾਨ ਕਰਦੇ ਹੋਏ ਵੀ ਸਿਮਰਨ, ਕੁਛ ਰੂਹਾਂ ਜਿਹੜੀਆਂ ਜਪਜੀ ਸਾਹਿਬ ਸ਼ੁਰੂ ਕਰ ਦਿੰਦੀਆਂ। ਜੋ ਤੁਹਾਨੂੰ ਸੋਹਣਾ ਲੱਗਦਾ ਬਸ ਤੁਸੀਂ ਲੱਗ ਜਾਣਾ ਸਵੇਰ ਤੋਂ ਹੀ, ਚਾਹੇ ਇਸ਼ਨਾਨ ਕਰਦੇ ਹੋਏ ਸਿਮਰਨ ਕਰੋ, ਜਪਜੀ ਸਾਹਿਬ ਕਰੋ। ਦੇਖੋ, ਹੁਣ ਕਈ ਵਾਰੀ ਅਸੀਂ ਸੋਚਦੇ ਹਾਂ ਨਾ ਕਿ ਆਰਾਮ ਨਾਲ ਬੈਠ ਕੇ ਕਰਾਂਗੇ। ਪਿਆਰਿਓ, ਇਹ ਰੂਹ ਜਿਹੜੀ ਹੈ ਨਾ, ਉਹ ਮਤਲਬ ਕਹਿ ਲਈਏ ਕਿ ਉਹਨੂੰ ਕੋਈ ਫਰਕ ਨਹੀਂ ਆ ਕਿ ਤੁਸੀਂ ਬੈਠੇ ਹੋ, ਤੁਸੀਂ ਖੜ੍ਹੇ ਹੋ। ਹੁਣ ਆਪਾਂ ਖੜ੍ਹੇ ਹਾਂ ਮੰਨ ਲਓ, ਹੈ ਨਾ, ਅਤੇ ਆਪਾਂ ਇੰਤਜ਼ਾਰ ਕਰੀ ਜਾਈਏ ਕਦੋਂ ਅਸੀਂ ਬੈਠਾਂਗੇ, ਕਦੋਂ ਪਾਠ ਕਰਾਂਗੇ। ਇਹ ਜਿਹੜਾ ਗੇ ਆ ਨਾ, ਇਹ ਸਾਡੀ ਪਕੜ 'ਚ ਨਹੀਂ ਆ। ਪ੍ਰੈਜ਼ੈਂਟ ਹੀ ਸਾਡੀ ਪਕੜ 'ਚ ਆ। ਪ੍ਰੈਜ਼ੈਂਟ ਨਿਕਲਦਾ ਜਾਊਗਾ ਨਾ, ਅਤੇ ਸਾਡਾ ਫਿਊਚਰ ਵੀ ਖਰਾਬ ਹੋਊਗਾ। ਸੋ ਇਹ ਛੋਟੇ ਛੋਟੇ ਪਲ ਕਦੇ ਵੀ ਅਜਾਈਂ ਨਹੀਂ ਜਾਣ ਦੇਣੇ। ਜੇ ਤੁਸੀਂ ਇਹ ਸੋਚ ਵੀ ਲਿਆ ਹੈ ਨਾ ਕਿ ਬੈਠ ਕੇ ਆਰਾਮ ਨਾਲ ਨਿਤਨੇਮ ਕਰਾਂਗੇ, ਅਤੇ ਫਿਰ ਸਿਮਰਨ ਕਰੋ ਜਦੋਂ ਤੱਕ ਤੁਸੀਂ ਬੈਠੇ ਨਹੀਂ ਹੋ, ਖੜ੍ਹੇ ਹੋ, ਈਵਨ ਬਰੱਸ਼ ਵੀ ਕਰ ਰਹੇ ਹੋ, ਕੁਛ ਵੀ ਕਰ ਰਹੇ ਹੋ,
ਤੁਸੀਂ ਧਿਆਨ ਸਿਮਰਨ ਤੋਂ ਇੱਧਰ ਉੱਧਰ ਨਹੀਂ ਕਰਨਾ। ਜਿਸ ਸਮੇਂ ਬੋਲ ਕੇ ਨਹੀਂ ਕਰ ਪਾ ਰਹੇ, ਅੰਦਰ ਅੰਦਰ ਮਨ ਤੋਂ ਕਰ ਲਓ। ਇਸ਼ਨਾਨ ਸਮੇਂ ਵੀ ਸਿਮਰਨ ਤੋਂ ਪਾਸੇ ਨਹੀਂ ਹੋਣਾ। ਹੁਣ ਦੇਖੋ ਜਿਵੇਂ ਸਾਡੇ ਵਿਕਾਰ ਆ ਹੈ ਨਾ, ਉਹ ਇਹ ਨਹੀਂ ਦੇਖਦੇ ਕਿ ਇਹ ਬੈਠਾ ਆ, ਇਹ ਖੜਾ ਆ, ਇਹ ਕੀ ਕਰ ਰਿਹਾ ਆ, ਉਹ ਚੱਲਦੇ ਰਹਿੰਦੇ ਆ ਹੈ ਨਾ। ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਕਿ ਇਹ ਈਵਨ ਗੁਰੂ ਘਰ ਬੈਠਿਆਂ ਵੀ ਵਿਕਾਰ ਘੇਰਦੇ ਆ ਕਈਆਂ ਨੂੰ। ਉਹ ਕਿਉਂਕਿ ਵਿਕਾਰਾਂ ਨੂੰ ਖੁੱਲ੍ਹੀ ਆਜ਼ਾਦੀ ਆ। ਉੱਦਾਂ ਹੀ ਆਪਾਂ ਬੰਦਿਸ਼ 'ਚ ਕਿਉਂ ਰਹਿਣਾ ਹੈ ਨਾ। ਆਪਾਂ ਵੇਟ ਕਿਉਂ ਕਰਨੀ ਕਿ ਬੈਠਾਂਗੇ, ਗੁਟਕਾ ਸਾਹਿਬ ਫੜਾਂਗੇ, ਪਾਠ ਕਰਾਂਗੇ। ਇਹ ਗੇ 'ਚ ਨਹੀਂ ਪੈਣਾ ਕਦੀ ਵੀ। ਇਹ ਹਰ ਵੇਲੇ ਦੀ ਚਾਲ ਹੈ ਗੁਰਸਿੱਖ ਦੀ। ਇਸੇ ਲਈ ਕਹਿੰਦੇ ਗੁਰੂ ਸਾਹਿਬ ਕਿ ਭਗਤਾਂ ਕੀ ਚਾਲ ਨਿਰਾਲੀ। ਉਹ ਨਿਰਾਲੀ ਆ, ਕਿਸੇ ਨਾਲ ਮੈਚ ਹੀ ਨਹੀਂ ਹੁੰਦੀ ਉਹ, ਕਿਉਂਕਿ ਉਹਨੇ ਹਰ ਵੇਲੇ ਹੀ ਜਪਣਾ ਆ। ਉਹਦਾ ਧਿਆਨ ਹਰ ਵੇਲੇ ਹੀ ਗੁਰੂ ਸਾਹਿਬ 'ਚ ਆ, ਚਾਹੇ ਉਹ ਕੁਛ ਵੀ ਕਰੀ ਜਾਂਦਾ। ਸੋ ਇਹ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ। ਇਸੇ ਕਰਕੇ ਤੁਹਾਡਾ ਗੈਪ ਪੈਂਦਾ। ਕਦੀ ਦੇਖਦੇ ਆ ਨਾ ਕਿ ਕੱਲ੍ਹ ਤਾਂ ਬਹੁਤ ਚੜ੍ਹਦੀ ਕਲਾ ਸੀ, ਅੱਜ ਕੀ ਹੋ ਗਿਆ, 2 ਘੰਟੇ ਬਾਅਦ ਹੀ ਡਾਊਨ ਹੋ ਜਾਂਦੀ ਬਿਰਤੀ। ਕਿਉਂਕਿ ਆਪਾਂ ਉਹਨੂੰ ਕੰਟੀਨਿਊਸ ਨਹੀਂ ਰੱਖਦੇ, ਅਸੀਂ ਗੈਪ ਪਾ ਲੈਂਦੇ ਹਾਂ। ਜਦ ਕਿ ਜਦੋਂ ਅੰਦਰ ਪ੍ਰੀਤ ਆ ਹੈ ਨਾ, ਫਿਰ ਗੈਪ ਕਾਹਦਾ, ਫਿਰ ਤਾਂ ਉਹ ਸਦਾ ਹੀ ਚੱਲਣਾ ਚਾਹੀਦਾ। ਸੋ ਕਦੇ ਵੀ ਬੰਦਿਸ਼ 'ਚ ਨਹੀਂ ਪੈਣਾ ਕਿ ਬੈਠਾਂਗੇ, ਕਰਾਂਗੇ, ਹੁਣ ਕੰਮ ਕਰ ਲਈਏ। ਜੇ ਤਾਂ ਕੰਮ ਕੋਈ ਐਸਾ ਹੈ ਕਿ ਬਹੁਤ ਜ਼ਿਆਦਾ ਦਿਮਾਗ ਚਾਹੀਦਾ, ਕਿ ਅਗਰ ਤੁਸੀਂ ਇੱਧਰ ਉੱਧਰ ਥੋੜ੍ਹਾ ਵੀ ਧਿਆਨ ਕੀਤਾ ਤਾਂ ਗਲਤ ਹੋ ਜਾਊਗਾ, ਠੀਕ ਆ, ਉਹ ਐਕਸੈਪਟੇਬਲ ਆ। ਤੁਸੀਂ ਉੱਥੇ ਫਿਰ ਬਾਣੀ ਨਾ ਪੜ੍ਹੋ, ਨਾ ਹੀ ਨਾਮ ਜਪੋ, ਤੁਸੀਂ ਕੰਮ ਕਰੋ, ਸੋਹਣਾ ਕੰਮ ਕਰੋ। ਗੁਰੂ ਸਾਹਿਬ ਨੇ ਕਿਹਾ ਹੈ ਨਾ ਕਿ ਕਿਰਤ ਕਰੋ ਹੈ ਨਾ। ਉਸ ਸਮੇਂ ਤੁਸੀਂ ਸੋਚ ਲਓ ਕਿ ਹੁਣ ਮੈਂ ਕਿਰਤ ਕਰ ਰਿਹਾ। ਇਹ ਵੀ ਗੁਰੂ ਦਾ ਹੁਕਮ ਹੈ ਕਿ ਉਹ ਮੈਂ ਕਿਰਤ ਕਰ ਰਿਹਾ। ਜਦੋਂ ਕਿਰਤ ਦਾ ਟਾਈਮ ਖਤਮ ਹੋ ਗਿਆ, ਫਿਰ ਉਸੇ ਵੇਲੇ ਨਾਮ 'ਚ ਆ ਜਾਓ, ਫਿਰ ਬਾਣੀ ਸੋਹਣੀ ਤਰ੍ਹਾਂ ਪੜ੍ਹੋ, ਨਾਮ ਜਪੋ। ਫਿਰ ਉਦੋਂ ਇਹ ਸੋਚੋ ਕਿ ਹਾਂ ਹੁਣ ਮੇਰੀ ਕਿਰਤ ਹੋ ਗਈ, ਹੁਣ ਨਾਮ ਜਪਣ ਦਾ ਟਾਈਮ ਹੈ। ਹੁਣ ਗੁਰੂ ਦਾ ਦੂਸਰਾ ਹੁਕਮ ਮੰਨਣਾ ਹੈ, ਕਿਰਤ ਕਰੋ, ਨਾਮ ਜਪੋ ਹੈ ਨਾ, ਜਿੱਦਾਂ ਗੁਰੂ ਸਾਹਿਬ ਨੇ ਹੁਕਮ ਦਿੱਤੇ ਹੋਏ ਆ। ਅਤੇ ਉਦੋਂ ਫਿਰ ਇਹ ਨਹੀਂ ਸੋਚਣਾ ਕਿ ਮੈਂ ਕਿਰਤ ਕਰ ਰਿਹਾ ਅਤੇ ਨਾਮ ਕਿਉਂ ਨਹੀਂ ਜਪ ਪਾ ਰਿਹਾ, ਕਿਉਂਕਿ ਉਹ ਫਿਰ ਤੁਸੀਂ ਨਾ ਸੋਹਣੀ ਤਰ੍ਹਾਂ ਕਿਰਤ ਕਰ ਪਾਉਣੀ, ਨਾ ਨਾਮ ਜਪ ਪਾਉਣਾ। ਇਸ ਤੋਂ ਵਧੀਆ ਹੈ ਕਿ ਤੁਸੀਂ ਕਿਰਤ ਕਮਾ ਲਓ, ਇਮਾਨਦਾਰੀ ਨਾਲ ਕਰ ਲਓ, ਕੋਈ ਗੱਲ ਨਹੀਂ। ਜਦੋਂ ਕਿਰਤ ਦਾ ਟਾਈਮ ਸਮਾਪਤ ਹੋਊਗਾ, ਉਦੋਂ ਫਿਰ ਤੋਂ ਨਾਮ ਜਪ ਲਓ। ਕੀ ਦਿੱਕਤ ਆ, ਕੋਈ ਦਿੱਕਤ ਨਹੀਂ। ਅਤੇ ਜੇ ਕੰਮ ਕੋਈ ਐਸਾ ਆ ਜਿਹਦੇ 'ਚ ਦਿਮਾਗ ਦੀ ਬਹੁਤ ਜ਼ਿਆਦਾ ਲੋੜ ਨਹੀਂ ਆ, ਫਿਰ ਤੁਸੀਂ ਕੰਮ ਕਰਦੇ ਹੋਏ ਵੀ ਨਾਮ ਜਪ ਸਕਦੇ ਹੋ ਹੈ ਨਾ। ਜਿੱਦਾਂ ਹੁਣ ਆਪਾਂ ਜ਼ਿਮੀਦਾਰ ਹਾਂ ਕਈ, ਅਤੇ ਉਹ ਹਲ ਵਾਹੁੰਦੇ ਕਿਉਂ ਨਹੀਂ ਨਾਮ ਜਪਿਆ ਜਾ ਸਕਦਾ, ਜਦ ਕਿ ਸੋਹਣਾ ਜਪਿਆ ਜਾ ਸਕਦਾ। ਜੇ ਆਪਾਂ ਕੋਈ ਘਰ 'ਚ ਕੰਮ ਕਰ ਰਹੇ ਹਾਂ, ਕਿਚਨ ਦਾ ਕੰਮ ਆ, ਕੁਛ ਵੀ ਆ, ਕੱਪੜੇ ਧੋ ਰਹੇ ਹਾਂ, ਕੁਛ ਵੀ ਆ, ਹੁਣ ਉਹਦੇ 'ਚ ਕੋਈ ਦਿਮਾਗ ਨਹੀਂ ਲੱਗ ਰਿਹਾ ਬਹੁਤਾ, ਉਦੋਂ ਫਿਰ ਕੰਮ ਕਰਦੇ ਕਰਦੇ ਨਾਮ ਜਪ ਸਕਦੇ ਹੋ। ਉਦੋਂ ਫਿਰ ਇਹ ਨਹੀਂ ਸੋਚਣਾ ਕਦੋਂ ਫ੍ਰੀ ਹੋਵਾਂਗੇ ਅਤੇ ਕਰਾਂਗੇ। ਉਸ ਚੀਜ਼ ਨੇ ਤੁਹਾਨੂੰ ਨੈਗੇਟਿਵ ਹੀ ਕਰਨਾ ਹਮੇਸ਼ਾ। ਆਪਣੇ ਹੱਥ ਜਿਹੜੇ ਆ ਉਹ ਕਿਰਤ ਵੱਲ ਹੋਣ, ਸੁਰਤ ਨਾਮ ਜਪਦੀ ਹੋਵੇ, ਅਤੇ ਕਦੇ ਗਿਰਾਵਟ ਆਉਂਦੀ ਨਹੀਂ, ਕਦੇ ਵੀ ਨਹੀਂ ਆਉਂਦੀ। ਉਹ ਫਿਰ ਕਲਪ ਤਾਂ ਆਉਂਦੀ ਆ ਜਦੋਂ ਮੰਨ ਲਓ ਤੁਹਾਡਾ ਕੰਮ ਸਮੇਂ ਸਿਰ ਨਾ ਹੋ ਸਕਿਆ ਅਤੇ ਤੁਸੀਂ ਬੈਠ ਕੇ ਨਹੀਂ ਕਰ ਪਾਏ ਹੈ ਨਾ, ਨਾਮ ਨਹੀਂ ਜਪ ਪਾਏ। ਉਦੋਂ ਫਿਰ ਤੁਸੀਂ ਬਹੁਤ ਕਲਪ ਆਊਗੀ ਤੁਹਾਡੇ ਅੰਦਰ ਕਿ ਮੇਰੇ ਤੋਂ ਨਹੀਂ ਹੋ ਰਿਹਾ, ਜਦ ਕਿ ਇਹ ਤਾਂ ਹਰ ਵੇਲੇ ਦਾ ਕੰਮ ਸੀਗਾ ਹੈ ਨਾ। ਤੁਸੀਂ ਕੁਛ ਵੀ ਕਰਦੇ ਹੋਏ ਜਪ ਸਕਦੇ ਹੋ। ਇਹ ਸਿਰਫ ਪ੍ਰੀਤ ਦੀ ਗੱਲ ਆ, ਧਿਆਨ ਦੀ ਗੱਲ ਆ, ਪ੍ਰੇਮ ਦੀ ਗੱਲ ਆ। ਇਹ ਗੁਰੂ ਸਾਹਿਬ ਨਾਲ ਪ੍ਰੇਮ ਆ ਨਾ, ਅਤੇ ਉਸ ਭਗਤ ਨੇ, ਉਸ ਰੂਹ ਨੇ ਕਿਸੇ ਵੀ ਤਰ੍ਹਾਂ ਜਪ ਹੀ ਲੈਣਾ, ਉਹਨੂੰ ਕੋਈ ਬੰਦਿਸ਼ ਨਹੀਂ ਆ।
ਜਦ ਕਿ ਕੰਮ ਭਾਵੇਂ ਉਹਦਾ ਪਿੱਛੇ ਰਹਿ ਜੇ, ਪਰ ਉਹ ਨਾਮ ਵੱਲੋਂ ਪਿੱਛੇ ਨਹੀਂ ਰਹਿੰਦਾ। ਕੰਮ ਵੱਲੋਂ ਵੀ ਗੁਰੂ ਸਾਹਿਬ ਉਹਨੂੰ ਪਿੱਛੇ ਨਹੀਂ ਰੱਖਦੇ, ਕਰਵਾ ਦਿੰਦੇ ਆ, ਪਰ ਪ੍ਰਾਇਰਟੀ ਉਹਦੀ ਹਮੇਸ਼ਾ ਨਾਮ ਹੁੰਦੀ ਹੈ। ਸੋ ਕਦੇ ਵੀ ਇਸ ਬੰਦਿਸ਼ 'ਚ ਨਹੀਂ ਰਹਿਣਾ ਕਿ ਹੁਣ ਮੈਂ ਕੰਮ ਕਰੂੰ ਉਸ ਤੋਂ ਬਾਅਦ ਦੇਖਦੇ ਹਾਂ। ਉੱਥੇ ਸਾਹ ਨਿਕਲ ਗਏ ਤਾਂ ਕੀ ਕਰੋਗੇ, ਹੈ ਨਾ। ਕੰਮ ਕਰਦਿਆਂ ਹੀ ਕਿੰਨੇ ਵਿਕਾਰ ਘੇਰਦੇ ਆ। ਜੇ ਕੰਮ ਕਰਦਿਆਂ ਵਿਕਾਰ ਘੇਰ ਸਕਦੇ ਆ, ਮਨ 'ਚ ਕਿਸੇ ਲਈ ਈਰਖਾ ਆ ਸਕਦੀ ਆ, ਕਿਸੇ ਦੀ ਚੁਗਲੀ ਆ ਸਕਦੀ ਆ, ਕਿਸੇ ਦੀ ਬੁਰਾਈ ਆ ਸਕਦੀ ਆ, ਕਾਮ ਆ ਸਕਦਾ ਹੈ ਕੰਮ ਕਰਦਿਆਂ, ਤਾਂ ਨਾਮ ਕਿਉਂ ਨਹੀਂ ਆ ਸਕਦਾ। ਫਿਰ ਅਸੀਂ ਇਹਦਾ ਮਤਲਬ ਜਾਣ ਬੁੱਝ ਕੇ ਬੰਦਿਸ਼ ਪਾਈ ਹੋਈ ਆ, ਹੈ ਨਾ। ਕੰਮ ਕਰਦਿਆਂ ਅਸੀਂ ਹੱਥ ਕੰਮ ਵੱਲ ਆ, ਸੁਰਤ ਸਾਡੀ ਵਿਕਾਰਾਂ 'ਚ ਆ, ਕਿਸੇ ਦੀ ਬੁਰਾਈ 'ਚ ਆ, ਜਾਂ ਆਪਣੀ ਨਿਰਾਸ਼ਾ 'ਚ ਆ ਕਿ ਉਹਨੇ ਮੈਨੂੰ ਇੱਦਾਂ ਕਿਉਂ ਕਿਹਾ, ਉੱਦਾਂ ਕਿਉਂ ਕਿਹਾ, ਹੈ ਨਾ। ਸਭ ਕੁਛ ਕਰ ਰਹੀ ਆ ਰੂਹ, ਹੱਥ ਕੰਮ ਵੀ ਕਰ ਰਿਹਾ, ਸੁਰਤ ਜਿਹੜੀ ਆ ਉਹ ਨਿਰਾਸ਼ਾ 'ਚ ਵੀ ਆ, ਉਹ ਕਦੀ ਕਿਸੇ ਦੀ ਬੁਰਾਈ 'ਚ ਆ, ਸਭ ਕੁਛ ਚੱਲ ਰਿਹਾ, ਬਸ ਨਾਮ ਨਹੀਂ ਜਪ ਰਹੀ। ਫਿਰ ਅਸੀਂ ਕਿਉਂ ਨਾ ਇੱਦਾਂ ਕਰੀਏ ਕਿ ਸਾਰੀਆਂ ਨਿਰਾਸ਼ਾਵਾਂ ਨੂੰ, ਇਹਨਾਂ ਸਾਰਿਆਂ ਵਿਕਾਰਾਂ ਨੂੰ ਸਾਈਡ 'ਤੇ ਕਰਕੇ ਕਿਉਂ ਨਾ ਨਾਮ ਵੀ ਜਪੀਏ ਕੰਮ ਕਰਦੇ ਹਾਂ, ਹੈ ਨਾ। ਸੋ ਇਹ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ, ਇਹਦੇ ਨਾਲ ਜੀਵਨ ਸਵਰੂਗਾ। ਜੇ ਤੁਸੀਂ ਹਰ ਵੇਲੇ ਹੀ ਜਪਣਾ ਸ਼ੁਰੂ ਕਰ ਦਿਓਗੇ ਨਾ, ਫਿਰ ਤੁਹਾਨੂੰ ਉਡੀਕ ਰਹਿਣੀ। ਜਿਵੇਂ ਹੁਣ ਤੁਸੀਂ ਨਿਤਨੇਮ ਕਰ ਲਿਆ, ਮੰਨ ਲਓ ਸਵੇਰੇ, ਹੈ ਨਾ, ਇਸ਼ਨਾਨ ਤੋਂ ਬਾਅਦ ਨਿਤਨੇਮ ਹੋ ਗਿਆ, ਉਸ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ, ਕੰਮ ਦੇ ਵਿੱਚ ਵੀ ਸਿਮਰਨ ਕਰ ਰਹੀ ਹੈ ਰੂਹ, ਸੋਹਣੇ ਸੋਹਣੇ ਸ਼ਬਦ ਅੰਦਰ ਆ ਰਹੇ ਆ ਨਾ, ਬਾਣੀ, ਕਦੀ ਬਾਣੀ ਦੀ ਤੁਕ ਆ ਜਾਂਦੀ ਆ, ਕਦੀ ਸਿਮਰਨ ਸ਼ੁਰੂ ਹੋ ਜਾਂਦਾ, ਕਦੀ ਵਿੱਚ ਹੀ ਫਿਰ ਬਾਣੀ ਪੜ੍ਹਨ ਨੂੰ ਦੇ ਲਿਆ, ਫਿਰ ਕੋਈ ਤੁਕ ਗਾਉਣ ਨੂੰ ਦੇ ਲਿਆ, ਤੁਕ ਗਾ ਲਈ, ਕਦੀ ਸਿਮਰਨ ਸ਼ੁਰੂ ਹੋ ਗਿਆ, ਕਦੀ ਮੂਲ ਮੰਤਰ ਸ਼ੁਰੂ ਹੋ ਗਿਆ, ਕਦੀ ਦਿਲ ਕੀਤਾ ਚਲੋ ਇੱਕ ਜਪਜੀ ਸਾਹਿਬ ਕਰ ਲੈਂਦੇ ਹਾਂ, ਹੈ ਨਾ, ਕੰਮ ਕਰਦੇ ਕਰਦੇ, ਕਦੀ ਉਹ ਸ਼ੁਰੂ ਹੋ ਗਿਆ, ਕਦੀ ਚੌਪਈ ਸਾਹਿਬ ਸ਼ੁਰੂ ਹੋ ਗਿਆ, ਕਦੇ ਕੋਈ ਕਥਾ ਦੀ ਵਿਚਾਰ ਯਾਦ ਆ ਗਈ। ਇਹ ਇੱਦਾਂ ਕਰਦੇ ਕਰਦੇ ਦਿਨ ਲੰਘ ਜਾਣਾ, ਉਸਤਤ ਦੇ ਵਿੱਚ ਹੀ ਦਿਨ ਲੰਘ ਜਾਣਾ। ਤੁਸੀਂ ਜਿਉਂ ਜਿਉਂ ਇਹ ਕਰਨਾ ਸ਼ੁਰੂ ਕਰਨਾ, ਓਨੇ ਚਿਰ ਨੂੰ ਰਹਿਰਾਸ ਸਾਹਿਬ ਦਾ ਸਮਾਂ ਹੋ ਜਾਣਾ। ਫਿਰ ਤੁਸੀਂ ਰਹਿਰਾਸ ਸਾਹਿਬ ਕਰ ਲਓ, ਹੈ ਨਾ। ਬਸ ਇੱਦਾਂ ਹੀ ਦਿਨ ਨਿਕਲ ਜਾਣਾ, ਪਤਾ ਹੀ ਨਹੀਂ ਲੱਗਣਾ। ਦਿਨ ਤਾਂ ਹੁਣ ਵੀ ਇੱਦਾਂ ਹੀ ਨਿਕਲ ਜਾਂਦਾ, ਪਤਾ ਨਹੀਂ ਲੱਗਦਾ, ਪਰ ਉਹ ਵਿਕਾਰਾਂ 'ਚ ਲੰਘ ਜਾਂਦਾ। ਸੋ ਜੇ ਨਾਮ ਜਪਦੇ ਜਪਦੇ ਤੁਸੀਂ ਇਹ ਸਭ ਇੱਕ ਹਫ਼ਤੇ ਲਈ ਵੀ ਕਰ ਲਿਆ ਨਾ, ਤੇ ਬਸ ਉਹ ਤੁਹਾਡਾ ਜੀਵਨ ਸ਼ੁਰੂ ਹੋ ਜਾਣਾ ਉੱਥੋਂ ਹੀ। ਹੁਣ ਇਹਦੇ ਦੌਰਾਨ ਤੁਹਾਡੀ ਕੋਈ ਬੁਰਾਈ ਕਰੀ ਜਾਂਦਾ ਹੈ ਨਾ, ਤੇ ਤੁਸੀਂ ਬਹੁਤ ਜ਼ਿਆਦਾ ਜਵਾਬ ਵੀ ਨਹੀਂ ਦੇਣਾ। ਠੀਕ ਆ, ਅਗਰ ਕੁਛ ਕਲੀਅਰ ਕਰਨਾ, ਇੱਕ ਵਾਰੀ ਸਮਝਾ ਦਿਓ ਅਗਲੇ ਨੂੰ ਕਿ ਨਹੀਂ ਇੱਦਾਂ ਸੀ ਇੱਦਾਂ ਸੀ। ਜੇ ਉਹਦਾ ਨਿੱਤ ਦਾ ਹੀ ਇਹ ਕੰਮ ਆ, ਫਿਰ ਤੁਸੀਂ ਸਮਝਾਉਣਾ ਵੀ ਬੰਦ ਕਰੋ। ਜੇ ਬੁਰਾ ਭਲਾ ਕੋਈ ਕਹਿ ਰਿਹਾ, ਕੁਛ ਨਾ ਬੋਲੋ, ਅੰਦਰੋਂ ਕਹਿ ਦਿਓ ਹਾਂਜੀ ਮੈਂ ਬੁਰਾ ਆ, ਕੋਈ ਗੱਲ ਨਹੀਂ, ਮੇਰਾ ਗੁਰੂ ਦੇਖੂਗਾ, ਉਹਨੇ ਫੈਸਲਾ ਕਰ ਦੇਣਾ। ਜੇ ਮੈਂ ਬੁਰਾ ਆ ਤੇ ਠੀਕ ਆ, ਉਹ ਮੈਨੂੰ ਸਹੀ ਵੀ ਕਰ ਦੂਗਾ, ਕੋਈ ਗੱਲ ਨਹੀਂ। ਬੁਰਾ ਹੈ ਤਾਂ ਸਜ਼ਾ ਦੇ ਦੇਵੇ, ਕੋਈ ਗੱਲ ਨਹੀਂ। ਉਹ ਕਲਪ 'ਚ ਨਹੀਂ ਪੈਂਦਾ। ਠੀਕ ਹੈ ਭਾਈ, ਬੁਰਾ ਸਹੀ, ਕੋਈ ਗੱਲ ਨਹੀਂ, ਉਹ ਆਪੇ ਮੈਨੂੰ ਠੀਕ ਕਰ ਦੂਗਾ। ਉਹਨੇ ਬੜਿਆਂ ਨੂੰ ਠੀਕ ਕੀਤਾ, ਮੈਨੂੰ ਵੀ ਕਰ ਦੂਗਾ। ਇਹ ਬੇਪਰਵਾਹੀ ਜਿਹੜੀ ਹੈ ਨਾ, ਛੋਟੀ ਛੋਟੀ ਬੇਪਰਵਾਹੀ, ਇਹਨੂੰ ਆਪਣੇ ਕੋਲ ਰੱਖੀਏ। ਫਿਰ ਗੱਲਾਂ, ਛੋਟੀਆਂ ਮੋਟੀਆਂ ਗੱਲਾਂ ਤੰਗ ਨਹੀਂ ਕਰਨਗੀਆਂ। ਸੋ ਇੱਦਾਂ ਹੀ ਦਿਨ ਢਲ ਜਾਣਾ। ਫਿਰ 16 ਸਾਹਿਬ ਸੋਹਣੇ ਢੰਗ ਨਾਲ ਕਰਕੇ। ਹਾਂ, ਇੱਕ ਗੱਲ ਜ਼ਰੂਰ ਆ, ਸਵੇਰ ਦੀ ਬਾਣੀ, ਸ਼ਾਮ ਦੀ ਬਾਣੀ, ਜਾਂ ਕੋਈ ਵੀ ਇੱਕ ਬਾਣੀ ਤੁਸੀਂ ਇੱਦਾਂ ਗਾ ਕੇ ਪੜ੍ਹਨੀ ਹੈ ਕਿ ਜਿਵੇਂ ਕੋਈ ਆਜ਼ਾਦ ਪੰਛੀ ਘੁੰਮਦਾ ਹੁੰਦਾ ਨਾ ਅਸਮਾਨ 'ਚ, ਬਸ ਉੱਦਾਂ ਪੜ੍ਹਨੀ ਆ। ਇਕਾਂਤ ਦੇ ਵਿੱਚ ਕੋਈ ਨਾ ਹੋਵੇ ਉੱਥੇ। ਸੰਗਤ ਰੂਪ 'ਚ ਬਾਣੀ ਪੜ੍ਹਨ ਦਾ ਵੀ ਲਾਭ ਆ, ਇਕਾਂਤ 'ਚ ਵੀ ਲਾਭ ਆ।
ਕੋਈ ਇੱਕ ਬਾਣੀ ਲਈ ਇੱਦਾਂ ਦਾ ਸਮਾਂ ਲੱਭੋ ਕਿ ਕੋਈ ਨਾ ਹੋਵੇ। ਤੁਸੀਂ ਉੱਚੀ ਪੜ੍ਹਨੀ ਹੈ ਉੱਚੀ ਪੜ੍ਹ ਸਕੋ, ਆਰਾਮ ਨਾਲ ਪੜ੍ਹਨੀ ਹੈ ਆਰਾਮ ਨਾਲ ਪੜ੍ਹ ਸਕੋ, ਆਰਾਮ ਨਾਲ ਗੁਰੂ ਦੇ ਗੁਣ ਗਾਉਣੇ ਆ ਜਿੱਥੇ ਉਸ ਸਮੇਂ ਤੁਹਾਨੂੰ ਕੋਈ ਨਾ ਦੇਖਦਾ ਹੋਵੇ। ਮਤਲਬ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਇੱਦਾਂ ਹੀ ਕਰਨਾ ਆ, ਪਰ ਕੋਸ਼ਿਸ਼ ਜ਼ਰੂਰ ਕਰਿਓ ਕਿ ਕੋਈ ਇੱਕ ਪਾਠ ਇੱਦਾਂ ਹੋ ਜਾਵੇ, ਛੱਤ 'ਤੇ ਚੜ੍ਹ ਕੇ ਕਰ ਲਓ, ਉੱਪਰ ਕਿਤੇ ਵੀ ਕਰ ਲਓ। ਮੈਂਡੇਟਰੀ ਨਹੀਂ ਆ, ਜ਼ਰੂਰੀ ਨਹੀਂ ਆ, ਪਰ ਫਿਰ ਵੀ ਕੋਸ਼ਿਸ਼ ਜ਼ਰੂਰ ਕਰਿਓ। ਇਹਦਾ ਵੀ ਮਨ 'ਤੇ ਬਹੁਤ ਅਸਰ ਪਊਗਾ, ਬਹੁਤ ਜ਼ਿਆਦਾ। ਫਿਰ ਦੁਪਹਿਰ ਨੂੰ, ਸਵੇਰ ਨੂੰ, ਸ਼ਾਮ ਨੂੰ, ਰਾਤ ਨੂੰ, ਜਦੋਂ ਵੀ ਦਿਲ ਕਰੇ ਸਹਿਜ ਪਾਠ ਲਈ ਵੀ ਜ਼ਰੂਰ ਸਮਾਂ ਕੱਢੋ। ਚਾਹੇ ਇੱਕ ਹੀ ਅੰਗ ਕਰੋ, ਉਸ ਅੰਗ ਦੇ ਉੱਪਰ ਚੱਲਣ ਦੀ ਕੋਸ਼ਿਸ਼ ਕਰੋ ਕਿ ਅੱਜ ਮੇਰੇ ਗੁਰੂ ਸਾਹਿਬ ਨੇ ਕੀ ਸਮਝਾਇਆ। ਸਹਿਜ ਪਾਠ ਇਸ ਲਈ ਵੀ ਜ਼ਰੂਰੀ ਆ, ਤੁਸੀਂ ਸਹਿਜ ਪਾਠ ਨੂੰ ਸਮਝ ਕੇ ਕਰਨਾ ਸ਼ੁਰੂ ਕਰ ਦਿੱਤਾ ਨਾ, ਅਤੇ ਤੁਹਾਨੂੰ ਨਿਤਨੇਮ ਦੇ ਅਰਥ ਆਉਣੇ ਸ਼ੁਰੂ ਹੋ ਜਾਣੇ ਆਪਣੇ ਆਪ ਹੀ। ਭਾਵੇਂ ਕਿਤੋਂ ਪੜ੍ਹੋ ਵੀ ਨਾ, ਤਾਂ ਵੀ ਆਪਣੇ ਆਪ ਹੀ ਆ ਜਾਣੇ। ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਆ। ਜਿਉਂ-ਜਿਉਂ ਬਾਣੀ ਅੰਦਰ ਜਾਂਦੀ ਆ, ਜਾਈ ਜਾਂਦੀ ਆ, ਤਿਉਂ ਅਰਥ ਆਪਣੇ ਆਪ ਖੁੱਲ੍ਹਦੇ ਜਾਂਦੇ ਆ। ਸੋ ਤੁਹਾਨੂੰ ਨਾ ਆਪਣੇ ਆਪ 'ਚ ਹੀ ਰਹਿਣ ਦਾ ਤੁਹਾਡਾ ਉਹ ਸਿਲਸਿਲਾ ਸ਼ੁਰੂ ਹੋ ਜਾਣਾ, ਜਿੱਥੇ ਤੁਸੀਂ ਆਪਣੇ ਆਪ 'ਚ ਹੀ ਖੁਸ਼ ਰਹਿਣਾ ਸ਼ੁਰੂ ਕਰ ਦੇਣਾ। ਹੁਣ ਸਾਡੀ ਖੁਸ਼ੀ ਦੂਸਰਿਆਂ 'ਤੇ ਡਿਪੈਂਡ ਕਰਦੀ ਆ, ਹੈ ਨਾ। ਅਸੀਂ ਵੇਟ ਕਰਦੇ ਹਾਂ ਕਦੋਂ ਕੋਈ ਸਾਡੇ ਲਈ ਸੋਹਣਾ ਬੋਲੂਗਾ ਤਾਂ ਖੁਸ਼ ਹੋਵਾਂਗੇ, ਕਿਸੇ ਤੋਂ ਕੁਛ ਚਾਹੀਦਾ ਆ ਤਾਂ ਖੁਸ਼ ਹੋਵਾਂਗੇ, ਆਸਾਂ ਬਹੁਤ ਨੇ। ਪਰ ਜਦੋਂ ਤੁਸੀਂ ਇਹ ਸਭ ਕਰਨਾ ਸ਼ੁਰੂ ਕਰੋਗੇ, ਤੁਹਾਨੂੰ ਇਸ ਤੋਂ ਸੋਹਣਾ ਕੁਛ ਵੀ ਹੋਰ ਨਹੀਂ ਲੱਗਣਾ। ਕਿਸੇ ਦੀ ਗੁਲਾਮੀ, ਡਿਪੈਂਡੈਂਸੀ ਖਤਮ ਹੋ ਜਾਣੀ। ਆਪਣੇ ਆਪ 'ਚ ਹੀ ਇੰਨਾ ਆਨੰਦ ਆ, ਰਸ ਆ, ਜਿਹੜਾ ਬਾਹਰੋਂ ਨਹੀਂ ਮਿਲਦਾ ਹੁੰਦਾ ਕਦੀ ਵੀ। ਉਸ ਆਨੰਦ ਦੇ ਨਾਲ ਪ੍ਰੀਤ ਪਊਗੀ। ਅਤੇ ਇੱਕ ਗੱਲ ਹੋਰ, ਵੈਸੇ ਤਾਂ ਅੰਮ੍ਰਿਤ ਵੇਲੇ ਕੀਤਾ ਜਾਵੇ ਤਾਂ ਬਹੁਤ ਸੋਹਣੀ ਗੱਲ ਆ, ਪਰ ਇਹ ਜਿਹੜਾ ਸਿਮਰਨ ਆ ਨਾ ਵਾਹਿਗੁਰੂ ਗੁਰਮੰਤਰ, ਇਹ ਤੁਸੀਂ ਚਾਹੇ 5 ਮਿੰਟ ਕਰੋ ਬੈਠ ਕੇ, ਖੜੇ ਹੋ ਕੇ ਤਾਂ ਕੰਮ ਕਰਦੇ ਵੀ ਜਿੰਨਾ ਮਰਜ਼ੀ ਕਰ ਲਓ, ਬਹੁਤ ਸੋਹਣੀ ਗੱਲ ਆ। ਬੈਠ ਕੇ ਸਿਰਫ 5 ਮਿੰਟ ਕੱਢੋ, ਚਾਹੇ ਸਵੇਰ ਨੂੰ ਕੱਢ ਲਓ। ਉਹ ਤੁਸੀਂ ਸਿਰਫ 5 ਮਿੰਟ ਸਿਮਰਨ ਹੀ ਕਰਨਾ ਹੈ, ਗੁਰਮੰਤਰ ਹੀ ਕਰਨਾ। ਸੋ ਇਹਦੇ ਨਾਲ ਵੀ ਅੰਦਰ ਪੋਜ਼ੀਟਿਵਿਟੀ ਬਣੀ ਰਹੂਗੀ, ਗੁਰੂ ਦੀ ਯਾਦ ਬਣੀ ਰਹੂਗੀ, ਹੈ ਨਾ। ਜਿਵੇਂ ਬਾਣੀ ਵੀ ਕਹਿੰਦੀ ਹੈ ਕਿ ਸਿਮਰਨ ਕਰਨਾ ਹੈ। ਸੋ ਇਹ ਛੋਟੀਆਂ ਚੀਜ਼ਾਂ ਦਾ ਧਿਆਨ ਰੱਖਣਾ, ਇਹੀ ਸਾਡਾ ਜੀਵਨ ਹੈ। ਇਸ ਸਭ ਨੇ ਤੁਹਾਨੂੰ ਕੁਛ ਬੁਰਾ ਨਹੀਂ ਦੇਖਣ ਦੇਣਾ, ਕੁਛ ਬੁਰਾ ਸੁਣਨ ਨਹੀਂ ਦੇਣਾ, ਕਿਉਂਕਿ ਫਿਰ ਤੁਹਾਨੂੰ ਅਹਿਸਾਸ ਹੋਣਾ, ਜੇ ਕਦੀ ਭੁੱਲ ਭੁਲੇਖੇ ਸੁਣਿਆ ਦੇਖਿਆ ਗਿਆ, ਉਹਨੇ ਫਿਰ ਤੁਹਾਡਾ ਬਾਣੀ 'ਚ ਮਨ ਨਹੀਂ ਲੱਗਣ ਦੇਣਾ, ਅਤੇ ਤੁਹਾਨੂੰ ਅਹਿਸਾਸ ਹੋ ਜਾਣਾ ਕਿ ਹਾਂ ਇਹ ਮੇਰਾ ਰਸਤਾ ਨਹੀਂ ਹੈ। ਫਿਰ ਤੋਂ ਰੂਹ ਸੁਧਰਦੀ ਆ, ਸਿੱਖ ਕੇ ਅੱਗੇ ਵੱਧਦੀ ਆ, ਅਤੇ ਬਹੁਤ ਕੁਛ ਮਿਲਦਾ ਰੂਹ ਨੂੰ, ਆਪਣੇ ਆਪ ਮਿਲਦਾ ਜਾਂਦਾ। ਅੰਦਰੋਂ ਹੀ ਇੰਟਿਊਸ਼ਨ ਹੁੰਦੀ ਆ, ਜਿਵੇਂ ਗੁਰੂ ਆਪ ਹੀ ਸਾਰਥੀ ਬਣ ਕੇ ਸਮਝਾਉਂਦਾ ਆ ਕਿ ਹੁਣ ਇੱਦਾਂ ਕਰ, ਹੁਣ ਪੁੱਤਰ ਇੱਦਾਂ ਕਰ। ਇੱਕ ਚੀਜ਼ ਅੰਦਰੋਂ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹ ਸਭ ਨਾਮ ਸਿਮਰਨ ਦੀ ਕਮਾਈ 'ਚੋਂ ਹੀ ਨਿਕਲਣਾ। ਅਤੇ ਬਸ ਇਹੀ ਆ। ਬਾਕੀ ਜੇ ਕੁਛ ਯਾਦ ਆਊਗਾ ਤਾਂ ਜ਼ਰੂਰ ਸਾਂਝ ਕਰਾਂਗੇ। ਫਿਲਹਾਲ ਜਪਦੇ ਰਹੀਏ, ਜਪਣ 'ਚ ਹੀ ਸਭ ਕੁਛ ਆ।